ਜਾਂਦਾ ਹੈ, ਹਿੰਦੂ ਮਤ ਵਿੱਚ ਵੀ ਮੰਨਿਆ ਜਾਂਦਾ ਹੈ ਤੇ ਅਸੀਂ ਵੀ ਮੰਨਦੇ ਹਾਂ। ਜਿਹੜੇ ਭੁੱਲੜ ਨੇ ਨਹੀਂ ਮੰਨਦੇ ਉਹਨਾਂ ਦੀ ਵੱਖਰੀ ਗੱਲ ਹੈ। ਇਸਲਾਮ ਮਤ ਵਿੱਚ ਮੰਨਦੇ ਆ ਕਿ ਜਿਨ੍ਹਾਂ ਆਇਤਾਂ ਦਾ ਜਾਪ ਸ਼ਸਤਰਾਂ ਦੇ ਉੱਤੇ ਕੀਤਾ ਜਾਂਦਾ ਹੈ ਉਹ ਆਇਤਾਂ ਦੀ ਸ਼ਕਤੀ ਜਿਹੜੀ ਹੈ ਸ਼ਸਤਰ ਵਿੱਚ ਪ੍ਰਵੇਸ਼ ਕਰਦੀ। ਸੁਲੇਮਾਨ ਉਹਨਾਂ ਦੀ ਤਲਵਾਰ ਬੜੀ ਮਸ਼ਹੂਰ ਹੈ। ਉਹ ਕਈ ਗੈਬੀ ਸ਼ਕਤੀਆਂ ਮੰਨਦੇ ਆ, ਚਾਈਨਾ ਵਾਲੇ ਵੀ ਮੰਨਦੇ ਆ, ਜਾਪਾਨੀ ਵੀ ਮੰਨਦੇ ਆ, ਹੋਰ ਐਡੇ ਵਿਕਸਿਤ ਦੇਸ਼ ਅਜੇ ਤੱਕ ਮੰਨ ਰਹੇ ਆ। ਤੇ ਇਹ ਪਤਾ ਨਹੀਂ ਕਿੱਥੋਂ ਪੜ੍ਹ ਆਏ ਆ ਜਿਹੜੇ ਕਹਿੰਦੇ ਆ ਕਿ ਗੁਰਮਤ ਨਹੀਂ ਹੈ। ਜਿਹੜੀ ਆਪਾਂ ਬਾਣੀ ਪੜ੍ਹਦੇ ਆ ਨਾ, ਉਸ ਪੜ੍ਹੀ ਹੋਈ ਬਾਣੀ ਦਾ ਪ੍ਰਵੇਸ਼ ਸ਼ਸਤਰ ਅੰਦਰ ਹੁੰਦਾ। ਇਸੇ ਕਰਕੇ ਜਿਹੜੇ ਸਾਡੇ ਪੁਰਖੇ ਬਾਣੀ ਬਹੁਤ ਜ਼ਿਆਦਾ ਪੜ੍ਹਦੇ ਸੀ, ਅੱਜ ਵੀ ਉਹਨਾਂ ਦੇ ਸ਼ਸਤਰਾਂ ਵਿੱਚ ਉਹ ਸ਼ਕਤੀ ਰਮਦੀ ਹੈ ਬਾਣੀ ਦੀ। ਤੇ ਜੇ ਸਾਹਿਬ ਦੇ ਆਪਣੇ ਗਾਤਰੇ ਦੇ ਸ਼ਸਤਰ ਹੈ ਤੇ ਉਹਨਾਂ ਦੀ ਤਾਂ ਬਾਤ ਹੀ ਕੀ ਹੈ। ਉਹਨਾਂ ਸ਼ਸਤਰਾਂ ਦੀ ਤਾਬਿਆ ਸਾਧ ਸੰਗਤ ਜੀ ਗੁਪਤ ਸ਼ਕਤੀਆਂ ਰਹਿੰਦੀਆਂ। ਇਹ ਹਜੂਰ ਦਾ ਆਪਣਾ ਕਹਿਣਾ ਸੀ। ਜਦੋਂ ਮਹਾਰਾਜ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ਼ਸਤਰ ਦਿੱਤੇ ਸੀ, 5 ਤੀਰ ਦੇ ਕੇ ਹਜੂਰ ਨੇ ਕਿਹਾ ਸੀ ਕਿ ਬੰਦਾ ਸਿੰਘ ਇਹਨਾਂ ਸ਼ਸਤਰਾਂ ਨੂੰ ਚਲਾਉਣ ਦੀ ਲੋੜ ਨਹੀਂ ਤੈਨੂੰ ਪਵੇਗੀ। ਇਹ ਤੀਰ ਅਸੀਂ ਕਦੇ ਚਮਕੌਰ ਦੀ ਗੜੀ ਚੋਂ ਛੱਡੇ ਸੀ ਤੇ ਇੱਕ ਇੱਕ ਤੀਰ 10-10 ਹਜ਼ਾਰ ਦੇ ਵਿੱਚ ਦੀ ਕੱਢਿਆ ਸੀ। ਮਹਾਰਾਜ ਨੇ ਕਿਹਾ ਸੀ ਜਦੋਂ ਮੋਰਚਾ ਤੈਨੂੰ ਲੱਗੇ ਕਿ ਅੜ ਗਿਆ, ਹੁਣ ਕੋਈ ਚਾਰਾ ਨਹੀਂ ਚੱਲ ਸਕਦਾ, ਸਾਡਾ ਸ਼ਸਤਰ ਕੇਵਲ ਤੰਦੀ ਤੇ ਚਾੜ ਕੇ ਇਹ ਤੀਰ ਕਮਾਨ ਤੇ ਚਾੜ ਕੇ ਸਿੱਧਾ ਕਰੀ, ਮੋਰਚਾ ਫਤਿਹ ਹੋ ਜਾਵੇਗਾ। ਇਹ ਹਜੂਰ ਨੇ ਬਚਨ ਕਹੇ ਸੀ ਕਿ ਇਹ ਤੀਰ ਤੈਨੂੰ ਚਲਾਉਣਾ ਨਹੀਂ ਪਵੇਗਾ, ਚਲਾਉਣ ਦੀ ਲੋੜ ਨਹੀਂ ਪਵੇਗੀ। ਖਰੇ ਜੇ ਚਲਾ ਦਿੰਦੇ ਤੇ ਕੀ ਅੰਧਕਾਰ ਮਚ ਜਾਂਦਾ, ਕੀ ਸਾਧ ਸੰਗਤ ਜੀ ਤਰਥੱਲੀ ਮੱਚਦੀ, ਕਿਉਂਕਿ ਉਹਨਾਂ ਸ਼ਸਤਰਾਂ ਨੂੰ ਹਜੂਰ ਆਪ ਹੀ ਚਲਾਇਆ ਕਰਦੇ। ਜੇ ਸ਼ਕਤੀ ਰੱਖੀ ਹੈ ਤੇ ਸ਼ਕਤੀ ਨੂੰ ਬੰਨਣ ਦੀ ਜਾਂਚ ਵੀ ਸਤਿਗੁਰੂ ਹੀ ਜਾਣਦੇ ਆ। ਇਸ ਕਰਕੇ ਮਹਾਰਾਜ ਨੇ ਆਖਿਆ ਸੀ ਕਿ ਸ਼ਸਤਰ ਚਲਾਵੀਂ ਨਾ, ਇਹਨਾਂ ਨੂੰ ਕੇਵਲ ਤੰਦੀ ਤੇ ਚਾੜ ਕੇ ਸਿੱਧਾ ਹੀ ਕਰੀ। ਤੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਜਦੋਂ ਵਜੀਦ ਖਾਨ ਨਾਲ ਯੁੱਧ ਲੜਦਿਆਂ ਹੋਇਆ ਯੁੱਧ ਅਟਕ ਗਿਆ ਸੀ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਸ ਸਮੇਂ ਗੁਰਦੇਵ ਦਾ ਦਿੱਤਾ ਹੋਇਆ ਤੀਰ ਤੰਦੀ ਤੇ ਚਾੜ ਕੇ ਸਿੱਧਾ ਕੀਤਾ ਸੀ ਤੇ ਆਪ ਮੈਦਾਨੇ ਜੰਗ ਵਿੱਚ ਕੁੱਦ ਪਿਆ ਸੀ। ਸਾਧ ਸੰਗਤ ਜੀ ਘੜੀਆਂ ਤੇ ਪਲਾਂ ਨਾਲ ਹੀ ਪਾਸਾ ਪਲਟ ਗਿਆ ਸੀ, ਖਾਲਸਾਈ ਨਿਸ਼ਾਨ ਝੁੱਲ ਗਏ ਸੀ ਤੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਬੜੀ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ ਸੀ। ਸਾਡੇ ਪੂਰਵਜ ਜਾਣਦੇ ਸੀ ਕਿ ਸ਼ਸਤਰਾਂ ਵਿੱਚ ਕੀ ਹੈ। ਸਾਡੀ ਹੋਣ ਵਾਲੀ ਜਿਹੜੀ ਹੈ ਨਾ, ਹੋਣ ਵਾਲੀ ਨਲਾਇਕ ਜਨਰੇਸ਼ਨ, ਮੈਂ ਨਲਾਇਕ ਤਾਂ ਕਿਹਾ ਕਿ ਸ਼ਸਤਰਾਂ ਦਾ ਅਦਬ ਨਹੀਂ ਪਤਾ ਇਹਨਾਂ ਨੂੰ, ਇਹ ਭੁੱਲ ਗਏ ਆ, ਤਾਂ ਕਰਕੇ ਇਸ ਨੂੰ ਸਾਧ ਸੰਗਤ ਜੀ ਮਨਮਤ ਦੱਸਦੇ ਆ। ਜਿੰਨੀ ਬਾਣੀ ਸ਼ਸਤਰ ਦੇ ਉੱਤੇ ਪੜੋਗੇ ਓਨਾ ਹੀ ਬਾਣੀ ਦਾ ਜਿਹੜਾ ਬਲ ਤੇ ਸ਼ਕਤੀ ਜਿਹੜੀ ਉਸ ਸ਼ਸਤਰ ਦੇ ਅੰਦਰ ਪ੍ਰਵੇਸ਼ ਕਰੇਗੀ। ਜਦੋਂ ਤੁਹਾਨੂੰ ਉਸ ਸ਼ਸਤਰ ਦੀ ਲੋੜ ਪਵੇਗੀ ਨਾ ਤੇ ਸਾਧ ਸੰਗਤ ਜੀ ਸ਼ਸਤਰ ਆਪਣੀ ਛਤਰ ਛਾਇਆ ਬਖਸ਼ੇਗਾ। ਸ਼ਸਤਰ ਇਉਂ ਚੱਲੇਗਾ ਜਿਵੇਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਸਿਰ ਕਿਵੇਂ ਕੱਟਿਆ ਗਿਆ, ਕਿਵੇਂ ਬਾਹਾਂ ਤੇ ਲੱਤਾਂ ਕੱਟੀਆਂ ਗਈਆਂ। ਇਹ ਸ਼ਸਤਰ ਦੇ ਚੱਲਣ ਦੀ ਕਲਾ ਵਰਤਦੀ ਹੈ। ਫਿਰ ਤੁਹਾਡਾ ਕੇਵਲ ਬਹਾਨਾ ਬਣੇਗਾ। ਭਾਈ ਬਚਿੱਤਰ ਸਿੰਘ ਸਾਹਿਬ ਨੇ ਵੀ ਇਹੀ ਕਿਹਾ ਸੀ, ਜਦੋਂ ਹਜੂਰ ਨੇ ਨਾਗਣੀ ਬਰਸ਼ਾ ਦਿੱਤਾ ਨਾ ਤੇ ਮਹਾਰਾਜ ਸਾਹਿਬ ਜੀ ਨੇ ਜਦੋਂ ਬਖਸ਼ਿਸ਼ ਕੀਤੀ ਨਾਲ ਦਿੱਤਾ ਥਾਪੜਾ, ਨਾਗਣੀ ਬਰਸ਼ਾ ਪਕੜਦਿਆਂ ਹੀ ਭਾਈ ਬਚਿੱਤਰ ਸਿੰਘ ਸਾਹਿਬ ਨੇ ਕਿਹਾ ਮਹਾਰਾਜ ਇੰਦਰ ਦਾ ਐਰਾਵਤ ਹਾਥੀ ਵੀ ਹੋਇਆ ਤੇ ਉਹਦਾ ਵੀ ਮੂੰਹ ਭਵਾ ਦਿਆਂਗਾ। ਇਹ ਕੀ ਹੋਇਆ? ਕਿਉਂਕਿ ਸ਼ਸਤਰ ਹੱਥ ਵਿੱਚ ਫੜਿਆ ਆਪਣਾ ਸਪਰਸ਼ ਦਿੰਦੇ ਆ। ਉਸ ਨਾਗਣੀ ਬਰਸ਼ੇ ਦਾ ਸਾਧ ਸੰਗਤ ਜੀ ਏਡਾ ਫਲ ਹੈ, ਜੇ ਤੁਸੀਂ ਦੋਵੇਂ ਬਾਹਾਂ ਫੈਲਾ ਦਿਓ ਤੇ ਏਡਾ ਉਸ ਦਾ ਫਲ ਹੈ। ਜਿਵੇਂ ਸ਼ੂਕ ਦਾ ਨਾਗ ਭੱਜਦਾ ਨਾ, ਇਸ ਤਰ੍ਹਾਂ ਦਾ ਉਸ ਦਾ ਫਲ ਹੈ, ਤਾਂ ਉਸ ਨੂੰ ਨਾਗਣੀ ਬਰਸ਼ਾ ਕਿਹਾ ਜਾਂਦਾ ਹੈ। ਜਿਵੇਂ ਵਰਮਾ ਜਿਹੜਾ ਲੋਹੇ ਨੂੰ ਪਾੜ ਦਿੰਦਾ ਹੈ ਨਾ, ਇਸ ਤਰ੍ਹਾਂ ਭਾਈ ਬਚਿੱਤਰ ਸਿੰਘ ਸਾਹਿਬ ਨੇ ਚਰਨਾਂ ਤੇ ਸੀਸ ਝੁਕਾਉਂਦਿਆਂ ਹੋਇਆਂ ਆਖਿਆ ਸੀ, ਸੱਚੇ ਪਾਤਸ਼ਾਹ ਕਿਰਪਾ ਕਰਿਓ ਗਰੀਬ ਨਵਾਜ, ਆਪ ਨੇ ਮੈਨੂੰ ਅਮਰ ਕਰ ਦੇਣਾ ਹੈ। ਮਹਾਰਾਜ ਆਪ ਜੀ ਦੇ ਇਹ ਪਾਏ ਹੋਏ ਪਰਚੇ ਵਿੱਚ ਮੈਂ ਸਫਲ ਹੋ ਜਾਵਾਂ। ਹਜੂਰ ਨੇ ਨਿਮਰਤਾ ਵੇਖ ਕਰਕੇ ਕਿਹਾ ਸੀ, ਭਾਈ ਬਚਿੱਤਰ ਸਿੰਘ ਕੇਵਲ ਪ੍ਰਯਾਸ ਕਰੀ, ਜਦੋਂ ਬਰਛਾ ਦਾ ਵਾਰ ਮਾਰਨ ਲੱਗੇਗਾ ਗੁਰੂ ਨਾਨਕ ਸਾਹਿਬ ਦਾ ਨਾਮ ਲਵੀਂ। ਇਹ ਸਤਿਗੁਰਾਂ ਜੀ ਨੇ ਬਚਨ ਕੀਤਾ
ਵੇਖੋ ਸਿੱਖ ਨੂੰ ਕਿੱਡੀ ਭਾਵਨਾ ਮਹਾਰਾਜ ਬਖਸ਼ੀ ਹੈ। ਜੇ ਅਸੀਂ ਕੋਈ ਦਇਆ ਦਾ ਕਾਰਜ ਕਰਦੇ ਹਾਂ ਤਾਂ ਵੀ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਹਾਂ। ਜੇ ਸਾਧ ਸੰਗਤ ਜੀ ਜ਼ਾਲਮ ਦਾ ਸੰਘਾਰ ਕਰਦੇ ਹਾਂ ਤੇ ਹਜੂਰ ਨੇ ਕਿਹਾ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਪ੍ਰਯਾਸ ਕਰੀ, ਤੈਨੂੰ ਪਤਾ ਹੀ ਨਹੀਂ ਲੱਗਣਾ ਕਾਰਜ ਕਦੋਂ ਹੋ ਗਿਆ। ਤੇ ਭਾਈ ਬਚਿੱਤਰ ਸਿੰਘ ਸਾਹਿਬ ਨੇ ਉਵੇਂ ਹੀ ਉਹ ਬਚਨ ਸਤਿਗੁਰਾਂ ਦਾ ਸੰਭਾਲਦਿਆਂ ਹੋਇਆਂ, ਹਾਥੀ ਦੀ ਸੁੰਨ ਵਿੱਚ ਸੈਫ ਵੱਜੀ ਹੋਈ ਸੀ ਤਿੱਖੀ, ਕਿਉਂਕਿ ਸਮਾਂ ਉਧਰ ਨੂੰ ਲੱਗੇਗਾ ਜੇ ਮੈਂ ਵਿਸਥਾਰ ਨਾਲ ਦੱਸਿਆ। ਹਾਥੀ ਦੇ ਸਾਹਮਣੇ ਕੋਈ ਆ ਨਹੀਂ ਸੀ ਸਕਦਾ। 12 ਫਲਾਦ ਦੇ ਚੌੜੇ ਤਵੇ ਉਹਦੇ ਮੱਥੇ ਤੇ ਵੱਜੇ ਹੋਏ ਸੀ ਤੇ ਲੋਹੇ ਦੀਆਂ ਸੰਜੋਗ ਬਖਤਰਾਂ ਨੂੰ ਉਹਨੂੰ ਢੱਕਿਆ ਹੋਇਆ ਸੀ। ਚਮੜੀ ਐਡੀ ਮੋਟੀ ਹੁੰਦੀ, ਆਮ ਸ਼ਸਤਰ ਵੱਜੇ ਤੇ ਖਿੱਚਦਿਆਂ ਹੀ ਹਾਥੀ ਦੀ ਚਰਬੀ ਇਹ 'ਚ ਆ ਜਾਂਦੀ, ਉਹਦਾ ਜ਼ਖਮ ਮਿਲ ਜਾਂਦਾ ਹੈ। ਹਾਥੀ ਐਡੀ ਮੋਟੀ ਚਮੜੀ ਵਾਲਾ ਜਾਨਵਰ ਹੈ। ਤੇ ਭਾਈ ਬਚਿੱਤਰ ਸਿੰਘ ਸਾਹਿਬ ਨੇ ਵੇਖੋ ਕਿੰਨੀ ਫੁਰਤੀ ਕੀਤੀ ਹੋਊਗੀ। ਜਦੋਂ ਸੈਫ ਦਾ ਵਾਰ ਸੁੰਨ ਵਿੱਚ ਘੁੰਮ ਕੇ ਇੱਕ ਪਾਸੇ ਨੂੰ ਗਿਆ, ਬਿਜਲੀ ਦੀ ਫੁਰਤੀ ਨਾਲ ਘੋੜਾ ਸੀਖ ਪੌੜ ਕਰ ਦਿੱਤਾ। ਜਿਹੜੇ ਘੋੜੇ ਦੇ ਅਗਲੇ ਸੁੰਬ ਸੀ ਹਾਥੀ ਦੇ ਮੱਥੇ ਵਿੱਚ ਜਾ ਟਕਾਏ, ਸੁੰਨ ਤੱਕ ਜਿਹੜੇ ਜਿੱਥੇ ਦੰਦ ਹੁੰਦੇ ਉੱਥੇ ਤੱਕ ਜਾ ਅਗਲੇ ਪੌੜ ਸੁੰਬ ਪਹੁੰਚ ਗਏ। ਕਾਠੀ ਦਾ ਆਸਣ ਛੱਡ ਦਿੱਤਾ। ਉਛਲ ਕਰਕੇ ਇੰਨੇ ਜ਼ੋਰ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕਰਕੇ ਮੱਥੇ ਵਿੱਚ ਬਰਛੇ ਦਾ ਵਾਰ ਮਾਰਿਆ। ਬਾਰਾਂ ਫਲਾਦ ਦੇ ਚੌੜੇ ਤਵਿਆਂ ਨੂੰ ਚੀਰਦਾ ਨਾਗਣੀ ਬਰਛਾ ਹਾਥੀ ਦੇ ਮੱਥੇ ਵਿੱਚ ਜਾ ਵੜਿਆ। ਤੇ ਭਾਈ ਬਚਿੱਤਰ ਸਿੰਘ ਸਾਹਿਬ ਨੂੰ ਭਾਈ ਸੰਤੋਖ ਸਿੰਘ ਸਾਹਿਬ ਨੇ ਲਿਖਿਆ ਉੱਥੇ ਕਿ ਇਉਂ ਲੱਗਾ ਜਿਵੇਂ ਮੈਂ ਤਾਂ ਬਰਛਾ ਧਰਿਆ ਹੀ ਹੋਵੇ ਮੱਥੇ ਤੇ। ਇਸ ਤਰ੍ਹਾਂ ਮਹਿਸੂਸ ਹੋਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੱਡੀ ਵਡਿਆਈ ਬਖਸ਼ਿਸ਼ ਕੀਤੀ। ਤੇ ਸਾਧ ਸੰਗਤ ਜੀ ਜਦੋਂ ਉਹ ਬਰਛਾ ਵੱਜ ਗਿਆ ਨਾ ਮੱਥੇ ਵਿੱਚ, ਵੇਖੋ ਉਸ ਬਰਛੇ ਦਾ ਉਹ ਕਿਸੇ ਦੇ ਕਮਰ ਕੱਸੇ ਦਾ ਸ਼ਸਤਰ ਨਹੀਂ ਸੀ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਮਰ ਕੱਸੇ ਦਾ ਸ਼ਸਤਰ ਸੀ। ਜਿੱਡਾ ਵੱਡਾ ਕਾਰਜ ਹੋਵੇ ਉਸ ਕਾਰਜ ਨੂੰ ਕਰਨ ਵਾਸਤੇ ਸਤਿਗੁਰੂ ਜੀ ਆਪਣੇ ਹੱਥੋਂ ਬਰਛਾ ਦਿੰਦੇ, ਆਪਣੇ ਹੱਥੋਂ ਸ਼ਸਤਰ ਦਿੰਦੇ। ਤੇ ਸਿੰਘ ਇਹ ਅਦਬ ਰੱਖਦੇ ਸੀ, ਇਹ ਭਾਵਨਾ ਰੱਖਦੇ ਸੀ ਕਿ ਗੁਰੂ ਸਾਹਿਬ ਦਾ ਦਿੱਤਾ ਹੋਇਆ ਸ਼ਸਤਰ ਚਾਹੇ ਮੈਂ ਹੁਣ ਧਰਤੀ ਪੁੱਠੀ ਕਰਦਿਆਂ, ਇੰਨੀ ਸਮਰੱਥਾ ਰੱਖਦੇ ਸੀ ਸਤਿਗੁਰਾਂ ਦੇ ਸ਼ਸਤਰ। ਸਿੱਖਾਂ ਵਿੱਚ ਇਹ ਭਾਵਨਾ ਹੁੰਦੀ ਸੀ ਹਜੂਰ ਦੇ ਸ਼ਸਤਰ ਦੀ, ਪਰ ਸਾਨੂੰ ਉਹ ਭਾਵਨਾ ਨਹੀਂ ਹੁਣ ਰਹੀ। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ੍ਰੀ ਸਾਹਿਬ ਤੱਕਦੇ ਆ ਨਾ, ਸਾਨੂੰ ਉਹ ਭਾਵਨਾ ਕਰਨੀ ਚਾਹੀਦੀ ਹੈ ਕਿ ਇਸ ਨੂੰ ਬਾਜਾਂ ਵਾਲੇ ਸਤਿਗੁਰੂ ਆਪਣੇ ਗਾਤਰੇ ਪਹਿਨਦੇ ਰਹੇ ਆ। ਤੇ ਅੱਜ ਵੀ ਉਹਨਾਂ ਸ਼ਸਤਰਾਂ ਦੇ ਸਾਧ ਸੰਗਤ ਜੀ ਤਾਬਿਆਂ ਵਿੱਚ ਬੇਅੰਤ ਗੁਪਤ ਸ਼ਕਤੀਆਂ ਨੇ। ਜੇ ਉਹ ਸ਼ਸਤਰ ਦਾ ਕੋਈ ਨਿਰਾਦਰ ਕਰੇ ਤੇ ਉਹਦੇ ਉੱਤੇ ਕੁਝ ਭਾਣਾ ਵਾਪਰ ਸਕਦਾ, ਸੁਤੇ ਸਿੱਧ ਹੀ। ਇਸ ਕਰਕੇ ਸਾਨੂੰ ਬਹੁਤ ਅਦਬ ਰੱਖਣਾ ਚਾਹੀਦਾ ਸਤਿਗੁਰਾਂ ਦੇ ਸ਼ਸਤਰਾਂ ਦਾ। ਜੇ ਰਾਜੇ ਕੇਸਰੀ ਚੰਦ ਨੇ ਸ਼ਬਦ ਖਾਧੀ ਸੀ ਤੋ ਬੇਨਤੀ ਕਰਨ ਲੱਗਾ ਸਾਂ, ਭਾਈ ਬਚਿੱਤਰ ਸਿੰਘ ਸਾਹਿਬ ਜੀ ਨੇ ਉਹ ਜਦੋਂ ਬਰਛਾ ਮਾਰਿਆ ਸੀ, ਇੰਨੇ ਬਲ ਪੂਰਵਕ ਉਹ ਹਾਥੀ ਦੇ ਸਿਰ ਵਿੱਚ ਘੁਮਾਇਆ ਕਿ ਸਾਰਾ ਜਿਵੇਂ ਮਧਾਣੀ ਪਾ ਕਰਕੇ ਦਹੀਂ ਰਿੜਕ ਦਈਦੀ ਆ, ਦਹੀਂ ਰਿੜਕਦਾ ਇਵੇਂ ਉਹਦਾ ਮੱਥਾ ਰਿੜਕ ਸਿੱਟਿਆ ਸੀ। ਤੇ ਜਦੋਂ ਖਿੱਚ ਕੇ ਬਾਹਰ ਕੱਢਿਆ, ਬੜੀ ਵੱਡੀ ਲਹੂ ਦੀ ਧਾਰਾ ਉਹਦੇ ਸਿਰ ਚੋਂ ਵਹੀ ਤੇ ਹਾਥੀ ਦਾ ਮੂੰਹ ਭੁਆ ਦਿੱਤਾ ਸੀ। ਉਹਨੇ ਆਪਣੀਆਂ ਹੀ ਫੌਜਾਂ ਲਤਾੜ ਦਿੱਤੀਆਂ। ਕੇਸਰੀ ਚੰਦ ਰਾਜੇ ਨੇ ਹਜੂਰ ਦੇ ਸੀਸ ਕੱਟਣ ਦੀ ਸ਼ਪਥ ਉਠਾ ਲਈ ਸੀ। ਤੇ ਜਦੋਂ ਸੋਨੇ ਦੀ ਕਾਠੀ ਪਾ ਕੇ ਘੋੜੇ ਦੇ ਉੱਤੇ ਚੜਿਆ, ਰਣ ਤੱਤੇ ਵਿੱਚ ਕੁੱਦਿਆ ਸੀ, ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਭਾਈ ਉਦੇ ਸਿੰਘ ਸਾਹਿਬ ਨੇ ਕਿਹਾ, ਮਹਾਰਾਜ ਆਓ ਹੈ ਕੇਸਰੀ ਚੰਦ ਜਿਹਨੇ ਆਪਦੇ ਸੀਸ ਦੇ ਕੱਟ ਦੇਣ ਦੀ ਮਹਾਰਾਜ ਅੱਜ ਸ਼ਪਥ ਉਠਾ ਲਈ ਹੈ। ਮਹਾਰਾਜ ਸਾਹਿਬ ਜੀ ਨੇ ਜਦੋਂ ਸੁਣਿਆ ਹਜੂਰ ਨੂੰ ਵੀਰ ਰਸ ਆਇਆ, ਮਹਾਰਾਜ ਕਹਿੰਦੇ ਉੱਠੋ, ਕੋਈ ਯੋਧਾ ਇਹਦਾ ਸਿਰ ਕੱਟ ਕੇ ਸਾਡੇ ਕੋਲ ਲਿਆਓ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ। ਤੇ ਭਾਈ ਉਦੇ ਸਿੰਘ ਸਾਹਿਬ ਨੇ ਭਾਈ ਬਚਿੱਤਰ ਸਿੰਘ ਸਾਹਿਬ ਦੇ ਵੱਡੇ ਭਰਾ ਸੀ। ਇਹ ਸਾਧ ਸੰਗਤ ਜੀ ਹਜੂਰ ਦੇ ਸਾਹਮਣੇ ਆਏ, ਕਿਹਾ ਮਹਾਰਾਜ ਇਹ ਬਖਸ਼ਿਸ਼ ਮੇਰੇ ਤੇ ਕਰੋ। ਸਤਿਗੁਰੂ ਪ੍ਰਸੰਨ ਚਿਤ ਹੋ ਕੇ ਕਲਪਾ ਬਰਛਾ ਦਿੱਤਾ। ਉਹ ਵੀ ਕਲਪਾ ਬਰਛਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਸੁਭਾਏਮਾਨ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘੋੜੇ ਤੇ ਚੜਿਆ ਹੋਇਆ ਉਸ ਸ਼ਸਤਰ ਨੂੰ ਆਪਣੇ ਕਰ ਕਮਲਾਂ ਵਿੱਚ ਪਕੜਿਆ ਕਰਦੇ ਸੀ। ਉਸੇ ਹੀ ਕਲਪੇ ਬਰਛੇ ਦੇ ਨਾਲ ਮਹਾਰਾਜ ਨੇ 3 ਧਾਰਾਂ ਜਲਦੀਆਂ ਪ੍ਰਗਟ ਕੀਤੀਆਂ ਸੀ, ਜਿਹਨੂੰ ਗੁਰਦੁਆਰਾ ਤਰਬੇਣੀ ਸਾਹਿਬ ਕਿਹਾ ਜਾਂਦਾ ਹੈ। ਹਜੂਰ ਉਸ ਬਰਛੇ ਨੂੰ ਘੋੜੇ ਤੇ ਚੜ੍ਹ ਕੇ ਸਤਿਗੁਰੂ ਜੀ ਆਪਣੇ ਹਸਤ ਕਮਲਾਂ ਵਿੱਚ ਪਕੜਿਆ ਕਰਦੇ। ਤੇ ਸਾਧ ਸੰਗਤ ਜੀ ਵੇਖੋ ਉਸ ਸ਼ਸਤਰ ਨੂੰ
ਸੰਗੋ ਸ਼ਾਹ ਜੀ ਨੇ ਮਨ ਵਿੱਚ ਖਿਆਲ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗੀ ਸਰੀਰਕ ਤਾਕਤ ਹੈ ਮੇਰੇ ਵਿੱਚ, ਤੇ ਸਤਿਗੁਰੂ ਜੀ ਨੇ ਉਹ ਬਰਛਾ ਪੱਥਰ ਵਿੱਚ ਮਾਰਿਆ ਸੀ। ਮਹਾਰਾਜ ਨੇ ਕਿਹਾ ਸੰਗੋ ਸ਼ਾਹ ਪੁੱਟ ਬਰਛਾ। ਸੰਗੋ ਸ਼ਾਹ ਜੀ ਸਾਰਾ ਸਰੀਰ ਦਾ ਜ਼ੋਰ ਲਾ ਕੇ ਹੰਭ ਕੇ ਬਰਛਾ ਨਾ ਸੀ ਪੁੱਟਿਆ ਗਿਆ। ਬਹੁਤ ਤਾਕਤਵਰ ਸਨ ਸੰਗੋ ਸ਼ਾਹ ਜੀ, ਮਹਾਰਾਜ ਦੇ ਭੂਆ ਜੀ ਦੇ ਪੁੱਤਰ ਸੀ। ਹਜੂਰ ਨੇ ਘੋੜੇ ਤੇ ਚੜ੍ਹਿਆ ਹੀ ਬਰਛਾ ਖਿੱਚ ਲਿਆ ਸੀ। ਵੇਖੋ, ਇੱਕ ਤਾਂ ਬਰਛਾ ਮਾਰਿਆ ਉਹ ਵੀ ਪੱਥਰ 'ਚ, ਤੇ ਫਿਰ ਪੱਥਰ 'ਚ ਧਸਿਆ ਕਿੰਨੇ ਬਲ ਦੇ ਨਾਲ ਬਰਛਾ, ਜਿਹੜਾ ਸੰਗੋ ਸ਼ਾਹ ਜੀ ਕੋਲੋਂ ਪੁੱਟਿਆ ਨਹੀਂ ਗਿਆ। ਤੇ ਫਿਰ ਹਜੂਰ ਨੇ ਆਪ ਖਿੱਚਿਆ। ਜੀਤਮਲ ਜੀ ਨੇ ਮਨ ਵਿੱਚ ਖਿਆਲ ਕੀਤਾ, ਮਹਾਰਾਜ ਨੇ ਮੈਨੂੰ ਤਾਂ ਵਾਰੀ ਨਹੀਂ ਦਿੱਤੀ। ਇਹ ਦੂਜੇ ਨੰਬਰ ਤੇ ਮਹਾਰਾਜ ਦੇ ਭੂਆ ਜੀ ਦੇ ਪੁੱਤਰ ਸੀ, 5 ਪੁੱਤਰ ਸੀ ਬੀਬੀ ਵੀਰੋ ਜੀ ਦੇ। ਤੋ ਸਾਧ ਸੰਗਤ ਜੀ, ਮਹਾਰਾਜ ਨੇ ਦੂਸਰੀ ਵਾਰ ਫੇਰ ਵਾਰ ਉੱਥੇ ਹੀ ਨਾਲ ਕੱਢ ਮਾਰਿਆ ਬਰਛਾ ਪੱਥਰ 'ਚ। ਤੇ ਮਹਾਰਾਜ ਕਹਿੰਦੇ ਲੈ ਜੀਤਮਲ ਤੂੰ ਜ਼ੋਰ ਲਾ ਲੈ। ਜੀਤਮਲ ਜੀ ਵੀ ਪੈਰ ਜਮਾ ਕਰਕੇ ਪੂਰਾ ਜ਼ੋਰ ਲਾ ਕੇ ਹੰਭ ਕੇ ਬਰਛਾ ਨਾ ਖਿੱਚਿਆ ਗਿਆ। ਸਤਿਗੁਰਾਂ ਨੇ ਫਿਰ ਘੋੜੇ ਤੇ ਚੜ੍ਹੇ ਖਿੱਚ ਲਿਆ ਸੀ। ਫਿਰ ਦੂਜੀ ਧਾਰਾ ਪ੍ਰਗਟ ਹੋਈ ਸੀ। ਤੀਸਰੀ ਵਾਰ ਫਿਰ ਮਾਮਾ ਕਿਰਪਾਲ ਚੰਦ ਜੀ ਦੇ ਬੇਨਤੀ ਕਰਨ ਤੋਂ ਸਤਿਗੁਰਾਂ ਨੇ ਮਾਰਿਆ ਸੀ ਬਰਛਾ, ਕਿਉਂਕਿ ਮਾਮਾ ਕਿਰਪਾਲ ਚੰਦ ਜੀ ਨੇ ਕਿਹਾ ਸੀ ਮਹਾਰਾਜ ਕਿੱਥੇ ਆਪਦੇ ਸਿੱਖ ਤਰਬੇਣੀ ਪਰਾਏ ਰਾਗ ਜਾਂਦੇ ਫਿਰਨਗੇ, ਬੜਾ ਦੂਰ ਹੈ। 2 ਧਾਰਾਂ ਆਪਨੇ ਪ੍ਰਗਟ ਕੀਤੀਆਂ, ਮਹਾਰਾਜ ਤੀਜੀ ਵੀ ਕਰ ਦਿਓ ਪ੍ਰਗਟ ਤੇ ਇਹਨੂੰ ਤਰਬੇਣੀ ਦਾ ਵਰ ਦੇ ਦਿਓ। ਆਪਣੇ ਮਾਮਾ ਜੀ ਦੀ ਬੇਨਤੀ ਮੰਨ ਕੇ ਸਤਿਗੁਰਾਂ ਨੇ ਬਰਛਾ ਤੀਸਰੀ ਵਾਰ ਮਾਰਿਆ ਤੇ ਸਵਯੰ ਆਪ ਹੀ ਖਿੱਚਿਆ ਮਹਾਰਾਜ ਨੇ। ਫਿਰ ਤੀਸਰੀ ਧਾਰਾ ਪ੍ਰਗਟ ਹੋਈ, ਉਹਨੂੰ ਤਰਬੇਣੀ ਦਾ ਸਥਾਨ ਕਹਿੰਦੇ ਆ। ਕਲਪੇ ਬਰਛੇ ਨਾਲ ਇਹ ਵੀ ਜੁੜੀ ਹੋਈ ਸਾਖੀ ਹੈ। ਜਦੋਂ ਆਪ ਕੇਸਗੜ੍ਹ ਸਾਹਿਬ ਦਰਸ਼ਨ ਕਰਦੇ ਹੋ ਸ਼ਾਮ ਨੂੰ, ਉੱਥੇ ਸੰਖੇਪ ਵਿੱਚ ਜਿਹੜਾ ਵਿਸਥਾਰ ਪੂਰਵਕ ਸਮਾਂ ਨਹੀਂ ਹੁੰਦਾ, ਪਰ ਫਿਰ ਵੀ ਸੰਖੇਪ ਵਿੱਚ ਵੀ ਬਹੁਤ ਕੁਝ ਦੱਸਦੇ ਆ। ਤੇ ਸਾਧ ਸੰਗਤ ਜੀ, ਉਸ ਬਰਛੇ ਦੇ ਉੱਤੇ ਭਾਈ ਉਦੈ ਸਿੰਘ ਸਾਹਿਬ ਜੀ ਨੂੰ ਮਹਾਰਾਜ ਨੇ ਆਖਿਆ, ਬਰਛਾ ਦਿੱਤਾ, ਆਖਿਆ ਭਾਈ ਉਦੈ ਸਿੰਘ ਇਸ ਬਰਛੇ ਤੇ ਇਸ ਕੇਸਰੀ ਚੰਦ ਦਾ ਸਿਰ ਟੰਗ ਕੇ ਲਿਆ। ਮਹਾਰਾਜ ਜੀ ਦਾ ਉਹ ਕਲਪਾ ਬਰਛਾ, ਕਈ ਵਾਰੀ ਹੋਣ ਵਾਲੇ ਜਿਹੜੇ ਸੋਚਦੇ ਆ ਸਾਧ ਸੰਗਤ ਜੀ, ਅਫਸੋਸ ਕਿ ਉਹਨਾਂ ਨੂੰ ਪਤਾ ਨਹੀਂ ਸਾਡੇ ਪੁਰਖੇ ਲੜਦੇ ਕਿਵੇਂ ਰਹੇ। ਕਹਿੰਦੇ ਵੇਖੋ ਜੀ, ਤੀਰ ਕਮਾਨ ਪਕੜਿਆ ਕਿਵੇਂ, ਗਾਤਰੇ ਦੀ ਕਿਰਪਾਨ ਕਿਵੇਂ ਸੀ ਪਕੜ ਲਈ, ਤੇ ਬਰਛਾ ਨਾਲ ਕਿਵੇਂ ਫੜਿਆ ਸੀ, ਤੇ ਢਾਲਾ ਕਿਵੇਂ ਪਾਇਆ ਫੜ ਲਿਆ ਸੀਗਾ। ਇਹ ਇੰਨੀਆਂ ਚੀਜ਼ਾਂ ਕਿਵੇਂ ਫੜ ਲੀਆਂ, ਐਵੇਂ ਝੂਠ ਮਾਰੀ ਜਾਂਦੇ। ਉਹਨਾਂ ਦੇ ਮਨ ਦੇ ਅੰਦਰ ਖਿਆਲ ਆਉਂਦਾ ਕਿ ਇੰਨੇ ਸ਼ਸਤਰ ਇਕੱਠੇ ਫੜੇ ਨਹੀਂ ਜਾਂਦੇ। ਪਰ ਸਾਧ ਸੰਗਤ ਜੀ, ਜਦੋਂ ਘੋੜੇ ਤੇ ਸਵਾਰੀ ਕਰਦੇ ਸੀ ਨਾ ਸਿੰਘ, ਜਿਹੜੇ ਬਰਛੇ ਆ ਨਾ, ਇਹ ਘੋੜੇ ਦੀ ਕਾਠੀ ਨਾਲ ਇਹੋ ਜਿਹੇ ਸਕੰਜੇ ਲੱਗੇ ਹੁੰਦੇ ਸੀ ਜਿਨ੍ਹਾਂ ਵਿੱਚ ਬਰਛੇ ਲਾ ਲਏ ਜਾਂਦੇ ਸੀ। ਤੇ ਜਿਹੜਾ ਕਮਾਨ ਹੈ ਇਹ ਮੋਢੇ ਗਾਤਰੇ ਕਰ ਲਿਆ ਜਾਂਦਾ ਸੀ। ਬੰਦੂਕ ਵੀ ਗਾਤਰੇ ਪਈ ਹੁੰਦੀ ਸੀ। ਅਨੰਤ ਸ਼ਸਤਰ ਹੁੰਦੇ ਸੀ। ਯੁੱਧ ਦੇ ਵਿੱਚ ਕੋਈ ਚੀਜ਼ ਲੈਣ ਥੋੜੋ ਕਿਤੇ ਜਾਣਾ। ਜਿਹੜਾ ਸ਼ਸਤਰ ਨਕਾਰਾ ਹੋ ਗਿਆ ਉਹਨੂੰ ਸੁੱਟ ਕੇ ਦੂਸਰਾ ਚੱਕ ਲੈਂਦੇ ਸੀ। ਕਿਰਪਾਨਾਂ ਵੀ ਟੁੱਟ ਜਾਂਦੀਆਂ ਸੀ, ਕਬਜੇ ਹੱਥਾਂ ਵਿੱਚ ਰਹਿ ਜਾਂਦੇ ਸੀ। ਤੇ ਫਿਰ ਦੂਸਰਾ ਸ਼ਸਤਰ ਕਿਹਦੇ ਕੋਲ ਲੈ ਕੇ ਜਾਣਾ? ਕਿਸੇ ਕੋਲੋਂ ਲੈਣ ਜਾਣਾ, ਉਦੋਂ ਗਾਤਰੇ 'ਚ ਪਿਆ ਸ਼ਸਤਰ ਖਿੱਚ ਲਈਦਾ ਸੀ। ਜਿਵੇਂ ਬਾਬਾ ਅਜੀਤ ਸਿੰਘ ਸਾਹਿਬ ਦੇ ਸਾਰੇ ਸ਼ਸਤਰ ਮੁੱਕ ਗਏ ਸੀ, ਜਿਹੜਾ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਦੇ ਅੰਦਰ ਆਪ ਦੇ ਹੱਥਾਂ ਵਿੱਚ ਪੜੀਆਂ ਹੋਈਆਂ ਸ੍ਰੀ ਸਾਹਿਬਾਂ ਵੀ ਦਮ ਦੇ ਗਈਆਂ ਸੀ, ਕਬਜੇ ਹੱਥ ਵਿੱਚ ਰਹਿ ਗਏ ਸੀ। ਉਦੋਂ ਗਾਤਰੇ ਪਈ ਹੋਈ ਕਟਾਰ ਖਿੱਚ ਕੇ ਕਈਆਂ ਮੁਗਲਾਂ ਦੇ ਪੇਟ ਪਾੜ ਦਿੱਤੇ ਸੀ। ਸੂਰਮੇ ਕੋਲ ਸ਼ਸਤਰ ਅਨੰਤ ਹੋਣੇ ਚਾਹੀਦੇ, ਜਿੰਨਾ ਕਿਸੇ ਦਾ ਸਰੀਰ ਭਾਰ ਚੱਕ ਸਕੇ। ਤੇ ਸਾਧ ਸੰਗਤ ਜੀ, 1.5 ਮਣ ਕੱਚੇ ਦਾ, 2.5 ਮਣ ਕੱਚੇ ਦਾ ਕਮਰ ਕੱਸਾ ਬਾਬਾ ਦੀਪ ਸਿੰਘ ਸਾਹਿਬ ਦਾ, ਬਾਬਾ ਗੁਰਬਖਸ਼ ਸਿੰਘ ਸਾਹਿਬ ਦਾ, ਜਿਨ੍ਹਾਂ ਸਾਡੇ ਪੁਰਖਿਆਂ ਦੇ ਸ਼ਸਤਰਾਂ ਦੇ ਦਰਸ਼ਨ ਅੱਜ ਤਖਤਾਂ ਤੇ ਕਰਾਏ ਜਾਂਦੇ। ਤੋਂ ਭਾਈ ਉਦੈ ਸਿੰਘ ਸਾਹਿਬ ਜੀ ਨੇ ਜਦੋਂ ਦੂਰੋਂ ਸਾਧ ਸੰਗਤ ਜੀ ਵੇਖਿਆ ਕਿ ਕੇਸਰੀ ਚੰਦ ਰਾਜਾ ਮੇਰੀ ਪਕੜ ਥੱਲੇ ਆ ਗਿਆ, ਮੇਰੀ ਮਾਰ ਥੱਲੇ ਆ ਗਿਆ, ਹੁਣ ਰਾਜਾ ਅੱਗੇ ਤਾਂ ਖਲੋਤਾ ਨਹੀਂ ਸੀ ਹੋਣਾ, ਉਹ ਸੈਨਾ ਵਿੱਚ ਪਿੱਛੇ ਖਲੋਤਾ ਹੈ। ਤੇ ਘੋੜਿਆਂ ਦੀ ਸੈਨਾ ਲੈ ਕਰਕੇ ਲੋਹਗੜ੍ਹ ਦੇ ਉੱਤੇ ਹਮਲਾਵਰ ਹੋਇਆ। ਤੇ ਘੋੜਿਆਂ ਦੀ ਜਿੰਨੀ ਸੈਨਾ ਸੀ ਨਾ ਭਾਈ ਉਦੈ ਸਿੰਘ ਸਾਹਿਬ ਦੇ ਅੱਗੇ, ਆਪਣੀ ਸ੍ਰੀ ਸਾਹਿਬ ਨਾਲ ਉਹਨੂੰ ਚੀਰਦੇ ਹੋਏ ਅੱਗੇ ਵਧੇ। ਜਿਹੜਾ ਕੋਈ ਅੱਗੇ ਆਇਆ ਕਿਰਪਾਨ ਦੀ ਭੇਟ ਚੜ ਗਿਆ ਪਹਾੜੀਆ। ਤੇ ਇਸ ਦੇ ਕੇਸਰੀ ਚੰਦ ਰਾਜੇ ਦੇ ਜਦੋਂ ਐਨ ਉਹਨੇ ਵੇਖਿਆ ਕਿ ਤਾਂ ਮੇਰੇ ਵੱਲ ਨੂੰ ਸਿੰਘ ਵਾਧਾ ਆ ਰਿਹਾ, ਉਹਨੇ ਕਮਾਨ ਦੇ ਉੱਤੇ ਤੀਰ ਚਾੜ ਕੇ ਭਾਈ ਉਦੈ ਸਿੰਘ ਸਾਹਿਬ ਵੱਲ ਛੱਡਿਆ। ਇੰਨੀ ਤੇਜ਼ੀ ਨਾਲ ਘੋੜਾ ਅੱਗੇ ਵਧ ਰਿਹਾ ਸੀ ਕਿ ਭਾਈ ਉਦੈ ਸਿੰਘ ਸਾਹਿਬ ਨੇ ਆਉਂਦਾ ਹੋਇਆ ਛੁੱਟਿਆ ਹੋਇਆ ਤੀਰ ਜਿਹੜਾ ਸੀ ਨਾ, ਉਹਦੇ ਤੋਂ ਆਪਣਾ ਆਪ ਬਚਾ ਲਿਆ। ਜਿੰਨੇ ਚਿਰ ਨੂੰ ਦੂਸਰਾ ਚੀਰ ਅਜੇ ਸਿੰਝ ਹੀ ਰਿਹਾ ਸੀ ਕਿ ਜਾ ਕੇ ਸਾਧ ਸੰਗਤ ਜੀ ਸ੍ਰੀ ਸਾਹਿਬ ਦਾ ਵਾਰ ਉਹਦੀ ਗਰਦਨ ਤੇ ਚਲਾ ਦਿੱਤਾ।
ਤੇ ਉਹਦਾ ਸਿਰ ਜਿਹੜਾ ਸੀ ਕੱਦੂ ਵਾਂਗ ਲਾ ਕੇ ਧਰਤੀ ਤੇ ਸਿੱਟ ਲਿਆ। ਫਿਰ ਵੇਖੋ ਕਿੰਨੀ ਦਲੇਰੀ ਹੋਊਗੀ ਸੂਰਬੀਰ ਦੀ। ਇਹ ਤਾਂ ਮਾਰ ਦਿੱਤਾ ਦੁਸ਼ਮਣ, ਸਿਰ ਤਾਂ ਕੱਟਿਆ ਹੀ ਗਿਆ, ਤੇ ਜਿੱਥੇ ਗੋਲੀ ਮੀਂਹ ਵਾਂਗ ਵਰ ਰਹੀ ਸੀ, ਤੀਰ ਸਰ ਸਰ ਕਰਦੇ ਚੱਲ ਰਹੇ ਸੀ, ਬੇਖੌਫ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਗਿਆ ਦਾ ਪਾਲਣ ਹੋ ਰਿਹਾ। ਜਿਹਨੂੰ ਕੋਈ ਤੀਰ ਗੋਲੀਆਂ ਦਾ ਖੌਫ ਨਹੀਂ, ਭਾਈ ਉਦੈ ਸਿੰਘ ਸਾਹਿਬ ਨੂੰ ਸਿਰ ਕੱਟ ਦਿੱਤਾ ਗੇਂਦ ਵਾਂਗ। ਸਿਰ ਜਿਹੜਾ ਸੀ ਧੜ ਤੋਂ ਲੱਥ ਕੇ ਧਰਤੀ ਤੇ ਡਿੱਗ ਗਿਆ। ਤੇ ਕਵੀਰਾਜ ਨੇ ਉੱਥੇ ਲਿਖਿਆ ਉਹਦਾ ਧੜ ਜਿਹੜਾ ਸੀ ਘੋੜੇ ਤੋਂ ਲੁੜਕ ਗਿਆ ਤੇ ਕਮਾਨ ਉਵੇਂ ਹੀ ਹੱਥ ਵਿੱਚ ਫੜੀ ਰਹਿ ਗਈ ਧੜ ਦੇ। ਤੇ ਭਾਈ ਉਦੈ ਸਿੰਘ ਸਾਹਿਬ ਨੇ ਸ੍ਰੀ ਸਾਹਿਬ ਗਾਤਰੇ ਕੀਤੀ। ਜਿਹਨੂੰ ਸਾਧ ਸੰਗਤ ਜੀ ਰੋਜ਼ ਦਾ ਅਭਿਆਸ ਨਾ ਹੋਵੇ ਉਹਨੂੰ ਤਾਂ ਮਿੰਟ ਡੇਢ ਮਿੰਟ ਸ੍ਰੀ ਸਾਹਿਬ ਹੀ ਮਿਆਨ ਚ ਪਾਉਣ ਨੂੰ ਲੱਗ ਜਾਂਦੀ ਹੈ। ਸਰਰ ਕਰਦੀ ਸ੍ਰੀ ਸਾਹਿਬ ਗਾਤਰੇ ਪਾਈ ਹੋਊਗੀ 1 ਸਕਿੰਟ ਚ ਅੱਖ ਦੇ ਫੋਰ ਨਾਲ। ਤੇ ਕਾਠੀ ਦੇ ਸਕੰਜੇ ਚੋਂ ਖਿੱਚਿਆ ਕਲਪਾ ਬਰਛਾ, ਡਿੱਗਿਆ ਉਹਦਾ ਸਿਰ। ਜਿਵੇਂ ਨਿਹੰਗ ਸਿੰਘ ਕਿੱਲਾ ਪੱਟਦੇ ਆ ਨਾ ਘੋੜੇ ਨੂੰ ਭਜਾ ਕਰਕੇ, ਘੋੜੇ ਨੂੰ ਚੱਕਰ ਦੋਸ਼ ਵਿੱਚ ਸਾਧ ਸੰਗਤ ਜੀ ਉਹ ਚੱਕਰ ਦੋਸ਼ ਤੇ ਹੁੰਦਾ, ਘੋੜਾ ਘੁਮਾ ਕੇ ਸਿੱਟ ਦਿੰਦਾ। ਕਵਾਇਦ ਕਰਨਾ ਵੀ ਕਹਿੰਦੇ ਆ। ਕਵਾਇਦ ਕਰਨੀ ਉਹਨੂੰ ਆਉਂਦੀ ਹੈ ਜਿਹੜਾ ਘੋੜ ਸਵਾਰੀ ਦਾ ਬੜਾ ਮਾਹਰ ਹੋਵੇ। ਪੈਰ ਤੇ ਘੋੜੇ ਨੂੰ ਘੁਮਾ ਕਰਕੇ ਤੇ ਉਹ ਕਲਪੇ ਬਰਛੇ ਦਾ ਵਾਰ ਉੱਤੇ ਘੋੜੇ ਤੇ ਚੜਿਆ ਹੋਇਆ ਦਾ ਕੱਟੇ ਸਿਰ ਵਿੱਚ ਮਾਰਿਆ, ਟੰਗਿਆ ਗਿਆ ਸਿਰ ਬਰਛੇ ਵਿੱਚ। ਤੇ ਜਦੋਂ ਮੋਢੇ ਤੇ ਆ ਕੇ ਆ ਬਰਛਾ ਤੇ ਫਿਰ ਘੋੜੇ ਨੂੰ ਇਹੋ ਜੀ ਅੱਡੀ ਮਾਰੀ ਕਿ ਆਓ ਗਏ ਅੱਖਾਂ ਦੇ ਫੋਰ ਨਾਲ ਹੀ ਭਾਈ ਉਦੈ ਸਿੰਘ ਸਾਹਿਬ ਜੀ ਕਿਲੇ ਵਿੱਚ ਜਾ ਵੜੇ। ਤੇ ਉਸ ਕਲਪੇ ਬਰਛੇ ਦਾ ਜਦੋਂ ਤੁਸੀਂ ਦਰਸ਼ਨ ਕਰੋਗੇ ਨਾ, ਉਹਦਾ ਪਿਛਲਾ ਫਲ ਵਾ ਜਿਹੜਾ ਮੁੱਠਾ, ਕਿਉਂਕਿ ਉਹ ਗੱਡਣ ਵਾਸਤੇ ਬਰਛਾ ਨਿਸ਼ਾਨ ਵਜੋਂ ਵੀ ਕੰਮ ਆਉਂਦਾ ਤੇ ਚਲਾਉਣ ਵਜੋਂ ਵੀ ਕੰਮ ਆਉਂਦਾ। ਉਹਦੇ ਪਿੱਛੇ ਵੀ ਫਲ ਹੁੰਦਾ। ਜੇ ਕੋਈ ਪਿਛਲੇ ਪਾਸੇ ਆ ਗਿਆ ਤੇ ਪਿਛਲਾ ਫਲ ਉਹਨੂੰ ਸਾਧ ਸੰਗਤ ਜੀ ਉਹ ਪਿਛਲਾ ਫਲ ਭੇਟ ਚੜਾ ਦਿੰਦਾ, ਜਿਹੜਾ ਕੋਈ ਲਾਗੇ ਆ ਜੇ ਫਿਰ ਪਿੱਛੋਂ ਦੀ ਵੀ ਚਲਾ ਦੇਈਦਾ ਉਸ ਨੂੰ। ਤੇ ਉਹ ਗੱਡਣ ਦੇ ਵੀ ਕੰਮ ਆਉਂਦਾ। ਉਹਦੀ ਫੌਲਾਦ ਦੀ ਮੁੱਠੀ ਹੈ ਤੇ ਪਿੱਛੇ ਨੂੰ ਤਿੱਖਾ ਫਲ ਵਾ। ਉਹ ਫੌਲਾਦ ਦੀ ਮੁੱਠੀ ਦੇ ਉੱਤੇ ਸਾਧ ਸੰਗਤ ਜੀ ਛੇਕ ਪਿਆ ਹੋਇਆ ਤੇ ਫਲ ਇੱਕ ਪਾਸਿਓਂ ਹੁਣ ਝੜਿਆ ਹੋਇਆ। ਉਸ ਫਲ ਦੇ ਉੱਤੇ ਇੱਕ ਗੋਲੀ ਵੱਜੀ ਸੀ ਤੇ ਇੱਕ ਗੋਲੀ ਉਸ ਮੁੱਠੇ ਦੇ ਉੱਤੇ ਵੱਜੀ ਸੀ। ਤੇ ਇਸ ਕਰਕੇ ਉਹ ਦੋਵਾਂ ਗੋਲੀਆਂ ਦੇ ਨਿਸ਼ਾਨ ਅੱਜ ਕਲਪੇ ਬਰਛੇ ਦੇ ਉੱਤੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਾਰਜ ਦੀ ਪੂਰਤੀ ਵਾਸਤੇ ਹਜੂਰ ਨੇ ਆਪਣੇ ਸਿੰਘ ਦੇ ਇੱਕ ਵੀ ਗੋਲੀ ਨਹੀਂ ਵੇਖੋ ਵੱਜਣ ਦਿੱਤੀ। ਇੱਕ ਖਰੋਚ ਨਹੀਂ ਆਈ ਭਾਈ ਉਦੈ ਸਿੰਘ ਸਾਹਿਬ ਨੂੰ, ਇੱਕ ਝਰੀਟ ਨਹੀਂ ਵੱਜੀ ਭਾਈ ਬਚਿੱਤਰ ਸਿੰਘ ਸਾਹਿਬ ਨੂੰ। ਤੇ ਦੋਵੇਂ ਵੱਡੇ ਕਾਰਜ ਕੀਤੇ। ਇਹ ਵੱਡੇ ਕਾਰਜ ਸੀ, ਸਤਿਗੁਰਾਂ ਨੇ ਆਪਣੇ ਸ਼ਸਤਰਾਂ ਨਾਲ ਫਤਿਹ ਕਰਾਏ, ਕਿਉਂਕਿ ਉਹਨਾਂ ਸ਼ਸਤਰਾਂ ਵਿੱਚ ਸ਼ਕਤੀਆਂ ਨੇ। ਜਿੰਨੀ ਬਾਣੀ ਤੁਸੀਂ ਸ਼ਸਤਰਾਂ ਦੇ ਕੋਲ ਪੜੋਗੇ ਉਸ ਬਾਣੀ ਦਾ ਭਾਵ ਸ਼ਸਤਰ ਦੇ ਅੰਦਰ ਪ੍ਰਵੇਸ਼ ਕਰਦਾ ਹੈ। ਇਸੇ ਕਰਕੇ ਸਤਿਗੁਰੂ ਜੀ ਦੇ ਇਸ ਜੋਤੀ ਜੋਤ ਸਮਾਉਣ ਅਸਥਾਨ ਤੇ ਸਾਧ ਸੰਗਤ ਜੀ ਬਾਣੀ ਦੇ ਪ੍ਰਵਾਹ ਚੱਲਦੇ ਆ ਤੇ ਸ਼ਸਤਰਾਂ ਦੇ ਸੇਵਾ ਪੂਜਨ ਹੁੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਤਖਤ ਦਾ ਦਰਸ਼ਨ ਕਰਨ ਵਾਸਤੇ ਜ਼ਰੂਰ ਆਓ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਗੁਰੂ ਮਤ ਕੀ ਹੈ, ਸ਼ਸਤਰਾਂ ਉੱਤੇ ਚੌਰ ਕਿਉਂ ਕੀਤੀ ਜਾਂਦੀ ਹੈ, ਸ਼ਸਤਰਾਂ ਦੀ ਸੇਵਾ ਕਿਵੇਂ ਕਰੀਦੀ ਹੈ, ਸਤਿਗੁਰੂ ਜੀ ਦੀ ਦਸਮ ਬਾਣੀ ਦਾ ਕਿਵੇਂ ਭਾਵ ਰੱਖ ਕੇ ਪੜੀਦਾ ਹੈ ਤੇ ਇਸ ਬਾਣੀ ਦੀ ਚਾਲ ਕਿਵੇਂ ਆ ਜਦੋਂ ਸਿੰਘ ਸਾਹਿਬ ਪੜ੍ਹਦੇ ਆ। ਤੇ ਸਾਧ ਸੰਗਤ ਜੀ ਜਿਵੇਂ ਨਦੀ ਦਾ ਵਹਿਣ ਵਗਦਾ ਐਵੇਂ ਬਾਣੀ ਦਾ ਪ੍ਰਵਾਹ ਚੱਲਦਾ ਹੈ। ਕਿਵੇਂ ਤਰੰਗਾਂ ਉੱਠਦੀਆਂ ਨੇ ਕਵਿਤਾਂ ਤੇ ਸਵਈਆਂ ਦੀਆਂ ਤੇ ਅਨੰਤੀ ਛੰਦ ਨੇ। ਉਹਨਾਂ ਛੰਦਾਂ ਦੇ ਨਾਮ ਹੀ ਸੁਣ ਸੁਣ ਕੇ ਸਰੋਤਾ ਹੈਰਾਨ ਹੁੰਦਾ ਹੈ ਕਿ ਇਹ ਉਹੋ ਜਿਹੇ ਛੰਦਾਂ ਦੀਆਂ ਚਾਲਾਂ ਹਜੂਰ ਨੇ ਉਚਾਰਨ ਕੀਤੀਆਂ ਨੇ। ਤੋ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਸਪਰਸ਼ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਰੂਪ ਵਿੱਚ ਕਥਾ ਹੁੰਦੀ ਹੈ, ਸ਼੍ਰੀ ਮੁਖਵਾਕ ਹੁੰਦੇ ਹੈ, ਸਤਿਗੁਰੂ ਜੀ ਦੀ ਦਸਮ ਬਾਣੀ ਦਾ ਸਪਰਸ਼, 20 ਰਸੀ ਬਾਣੀ ਦਾ ਸਪਰਸ਼ ਅਤੇ ਸ਼ਸਤਰਾਂ ਦਾ ਸਪਰਸ਼ ਸਤਿਗੁਰਾਂ ਜੀ ਦੇ ਤਖਤ ਅਸਥਾਨ ਤੋਂ ਪ੍ਰਾਪਤ ਹੁੰਦਾ ਹੈ।